हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਮਾਸਟਰ ਕੇਡਰ ਹਿਸਟਰੀ ਅਗਲੇ ਨਵੇਂ ਪ੍ਰਸ਼ਨ ਉੱਤਰ ਅਗਲਾ ਨਵਾਂ ਭਾਗ ਤੁਹਾਡੇ ਲਈ ਲੈ ਕੇ ਆਏ ਹਾਂ। ਸੋ ਜੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨਾਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਕਲਾਸ ਦੀ ਡੇਲੀ ਅਪਡੇਟ ਸਮੇਂ ਸਿਰ ਮਿਲਦੀ ਰਹੇ। ਅਤੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਪਹਿਲਾਂ ਵਾਲੇ ਪਾਰਟ ਤੁਹਾਨੂੰ ਮਿਲ ਜਾਣਗੇ ਜਾਂ ਫਿਰ ਚੈਨਲ ਦੀ ਪਲੇਲਿਸਟ ਵਿੱਚ ਚੱਲ ਜਿਓ, ਇੱਕ ਵਾਰ ਜ਼ਰੂਰ ਰੀਡ ਕਰਿਓ ਅਤੇ ਨਾਲ ਦੀ ਨਾਲ ਕਾਪੀ ਪੈਨ ਲੈ ਕੇ ਨੋਟ ਜ਼ਰੂਰ ਕਰੀ ਆਇਓ ਜਿਹਨਾਂ ਤੁਹਾਡੇ ਕੁਐਸਚਨ ਨੇ ਚੰਗੀ ਤਰ੍ਹਾਂ ਯਾਦ ਰਹਿਣਗੇ। ਤਾਂ ਸਟਾਰਟ ਕਰਦੇ ਹਾਂ ਜੀ। ਹਾਂਜੀ, ਅਗਲੇ ਪ੍ਰਸ਼ਨ ਤੋਂ ਸਟਾਰਟ ਕਰਾਂਗੇ। ਦੇਵਪਤਨ ਅਤੇ ਕਸ਼ਮੀਰ ਦੇ ਸ਼੍ਰੀਨਗਰ ਦੀ ਸਥਾਪਨਾ ਦਾ ਮਾਣ ਕਿਸ ਨੂੰ ਜਾਂਦਾ ਹੈ? ਸੋ ਇਹ ਦੋ ਜਗ੍ਹਾ ਦਾ ਨਾਮ ਸੀਗਾ ਦੇਵਪਤਨ ਅਤੇ ਕਸ਼ਮੀਰ, ਸ਼੍ਰੀਨਗਰ 'ਚ ਨੇ। ਇਹਨਾਂ ਦੀ ਸਥਾਪਨਾ ਦਾ ਮਾਣ ਕਿਸ ਨੂੰ ਜਾਂਦਾ, ਸਿਹਰਾ ਕਿਸ ਨੂੰ ਜਾਂਦਾ ਹੈ? ਤਾਂ ਇਹ ਜਾਂਦਾ ਜੀ ਰਾਜੇ ਅਸ਼ੋਕ ਨੂੰ, ਜੋ ਰਾਜਾ ਅਸ਼ੋਕ ਹੋਇਆ। ਸੋ ਇਹਨਾਂ ਦੀ ਸਥਾਪਨਾ ਕੀਤੀ ਸੀ ਜੋ ਸ਼੍ਰੀਨਗਰ ਦੇ ਵਿੱਚ ਨੇ ਕਸ਼ਮੀਰ ਅਤੇ ਦੇਵਪਤਨ। ਅਗਲਾ ਪ੍ਰਸ਼ਨ ਹੈ, ਕਿਸ ਮੁਗਲ ਸ਼ਾਸਕ ਨੂੰ ਰੰਗੀਲਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ? ਇਹ ਕੁਐਸਚਨ ਕਾਫੀ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਰੰਗੀਲਾ ਬਾਦਸ਼ਾਹ ਜਿਹੜਾ ਉਹ ਕੌਣ ਹੈ ਜਾਂ ਕਿਸ ਨੂੰ ਰੰਗੀਲਾ ਬਾਦਸ਼ਾਹ ਕਿਹਾ ਜਾਂਦਾ ਹੈ? ਤਾਂ ਇਹ ਕਿਹਾ ਜਾਂਦਾ ਜੀ ਮੁਹੰਮਦ ਸ਼ਾਹ ਨੂੰ। ਰੰਗੀਲਾ ਸ਼ਾਸਕ ਕਿਹਾ ਜਾਂਦਾ ਹੈ ਮੁਹੰਮਦ, ਜੋ ਮੁਗਲ ਸ਼ਾਸਕ ਨੇ ਮੁਹੰਮਦ ਸ਼ਾਹ, ਜਿਨ੍ਹਾਂ ਨੂੰ ਰੰਗੀਲਾ ਦੇ ਨਾਮ ਨਾਲ ਜਾਣਿਆ ਜਾਂਦਾ। ਅਗਲਾ ਪ੍ਰਸ਼ਨ ਹੈ, ਚੰਦੇਲ ਵੰਸ਼ ਦਾ ਸੰਸਥਾਪਕ ਕੌਣ ਸੀ ਜਿਸ ਨੇ ਚੰਦੇਲ ਵੰਸ਼ ਦੀ ਸਥਾਪਨਾ ਕੀਤੀ ਸੀ? ਤਾਂ ਉਹ ਸੀਗਾ ਜੀ ਜਸੋਵਰਮਨ, ਜਿਸ ਨੇ ਜਿਹੜੀ ਚੰਦੇਲ ਵੰਸ਼ ਦੀ ਸਥਾਪਨਾ ਕੀਤੀ ਸੀ। ਇਹਦਾ ਸੰਸਥਾਪਕ ਸੀਗਾ ਜਸੋਵਰਮਨ। ਅਗਲਾ ਪ੍ਰਸ਼ਨ ਹੈ, ਮੁਦਰਾ ਰਾਖਸ਼ਸ ਕਿਸ ਦੀ ਰਚਨਾ ਹੈ? ਤਾਂ ਇਹ ਹੈ ਜੀ ਵਿਸਾਖਾ ਦੱਤ ਦੀ ਰਚਨਾ ਹੈਗੀ ਮੁਦਰਾ ਰਾਖਸ਼ਸ। ਸੋ ਇਹ ਵੀ ਪੁੱਛ ਲਿਆ ਜਾਂਦਾ ਹੈ ਕਨਫਿਊਜ਼ ਕਰਨ ਵਾਸਤੇ ਕਿ ਮੁਦਰਾ ਰਾਖਸ਼ਸ ਕੀ ਹੈ। ਆਪਸ਼ਨਾਂ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਕਵਿਤਾ, ਰਚਨਾ ਜਾਂ ਦੋ ਹੋਰ ਆਪਸ਼ਨ ਦਿੱਤੀਆਂ ਜਾਣਗੀਆਂ। ਸੋ ਇਸ ਤਰ੍ਹਾਂ ਕੁਐਸਚਨ ਵੀ ਬਣ ਜਾਂਦਾ ਕਈ ਵਾਰ, ਤਾਂ ਇਹ ਵੀ ਜ਼ਰੂਰ ਯਾਦ ਰੱਖਿਓ। ਇਹ ਇੱਕ ਰਚਨਾ ਹੈ ਅਤੇ ਕਿਸ ਦੀ ਹੈ? ਵਿਸਾਖਾ ਦੱਤ ਦੀ। ਅਗਲਾ ਪ੍ਰਸ਼ਨ ਹੈ, ਕਿਸ ਸ਼ਾਸਕ ਨੇ ਸੁਦਰਸ਼ਨ ਝੀਲ ਦਾ ਪੁਨਰ ਨਿਰਮਾਣ ਕਰਵਾਇਆ ਸੀ? ਪੁਨਰ ਨਿਰਮਾਣ ਪੁੱਛਿਆ ਗਿਆ ਤਾਂ ਇਹ ਕਰਾਇਆ ਸੀਗਾ ਜੀ ਰੁਦਰਦਮਨ ਪਹਿਲੇ ਨੇ। ਜੋ ਸੁਦਰਸ਼ਨ ਝੀਲ ਹੈ ਤਾਂ ਇਸ ਦਾ ਨਿਰਮਾਣ ਹੈ ਜਿਹੜਾ ਕਰਵਾਇਆ ਸੀ। ਪ੍ਰਸਿੱਧ ਪੇਸ਼ਵਾ ਵੰਸ਼ ਵਿੱਚ ਪਹਿਲਾ ਪੇਸ਼ਵਾ ਕੌਣ ਸੀ? ਜੋ ਪੇਸ਼ਵਾ ਵੰਸ਼ ਹੋਇਆ ਤਾਂ ਇਹਦੇ ਵਿੱਚ ਪਹਿਲਾ ਪੇਸ਼ਵਾ ਕੌਣ ਸੀਗਾ? ਤਾਂ ਉਹ ਸੀਗਾ ਜੀ ਬਾਲਾਜੀ ਵਿਸ਼ਵਨਾਥ। ਪੇਸ਼ਵਾ ਵੰਸ਼ ਦੇ ਵਿੱਚ ਪਹਿਲੇ ਪੇਸ਼ਵਾ ਜਿਹੜੇ ਬਣੇ ਸੀਗੇ। ਅਗਲਾ ਪ੍ਰਸ਼ਨ ਹੈ, ਬਦਰਾਇਣ ਦਾ ਬ੍ਰਹਮ ਸੂਤਰ ਕਿਸ ਦਰਸ਼ਨ ਨਾਲ ਸੰਬੰਧਿਤ ਹੈ? ਤਾਂ ਉਹ ਹੈ ਜੀ ਵੇਦਾਂਤ ਨਾਲ। ਸੋ ਜੋ ਬਦਰਾਇਣ ਦਾ ਬ੍ਰਹਮ ਸੂਤਰ ਹੈ ਇਹ 'ਚ ਦਰਸ਼ਨ ਪੁੱਛਿਆ ਗਿਆ ਕਿਹੜੇ ਦਰਸ਼ਨ ਨਾਲ ਹੈ? ਵੇਦਾਂਤ ਦਰਸ਼ਨ ਨਾਲ ਇਹ ਸੰਬੰਧਿਤ ਹੈ। ਅਗਲਾ ਪ੍ਰਸ਼ਨ ਹੈ, ਬੁੱਧ ਦੀ ਪਹਿਲੀ ਪ੍ਰਤਿਮਾ ਬਣਾਉਣ ਦਾ ਮਾਣ ਕਿਸ ਕਲਾ ਨੂੰ ਦਿੱਤਾ ਜਾਂਦਾ ਹੈ? ਤਾਂ ਇਹ ਦਿੱਤਾ ਜਾਂਦਾ ਜੀ ਮਥੁਰਾ ਕਲਾ ਨੂੰ। ਜੋ ਬੁੱਧ ਦੀ ਪਹਿਲੀ ਪ੍ਰਤਿਮਾ ਬਣਾਉਣ ਦਾ ਮਾਣ ਹੈ ਜਿਹੜਾ ਹਾਸਲ ਹੈ ਉਹ ਮਥੁਰਾ ਕਲਾ ਨੂੰ ਦਿੱਤਾ ਜਾਂਦਾ ਹੈ। ਜੈਨ ਧਰਮ ਦੇ ਪਹਿਲੇ ਤੀਰਥੰਕਰ ਕੌਣ ਸੀਗੇ? ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ। ਤਾਂ ਉਹ ਸੀਗੇ ਜੀ ਰਿਸ਼ਤਦੇਵ, ਜੋ ਜੈਨ ਧਰਮ ਦੇ ਪਹਿਲੇ ਤੀਰਥੰਕਰ ਸੀਗੇ। ਓਮ ਨਮੋ ਭਗਵਤੇ ਵਾਸੁਦੇਵਾਏ ਕਿਸ ਧਰਮ ਦਾ ਪ੍ਰਮੁੱਖ ਮੰਤਰ ਹੈ? ਤਾਂ ਇਹ ਹੈ ਜੀ ਵੈਸ਼ਨਵ ਸੰਪਰਦਾਇ ਦਾ। ਸੋ ਜਾਂ ਇਹ ਵੀ ਪੁੱਛ ਲਿਆ ਜਾਂਦਾ ਹੈ ਓਮ ਨਮੋ ਭਗਵਤੇ ਵਾਸੁਦੇਵਾਏ ਕੀ ਹੈ? ਆਪਸ਼ਨ ਹੈ ਤੁਹਾਨੂੰ ਇੱਕ ਆਪਸ਼ਨ ਮੰਤਰ ਦੀ ਮਿਲ ਜਾਏਗੀ, ਤਿੰਨ ਹੋਰ ਮਿਲ ਜਾਣਗੀਆਂ। ਤਾਂ ਇਹ ਜੀ ਇੱਕ ਮੰਤਰ ਹੈ। ਕਿਹੜੇ ਧਰਮ ਦਾ ਪ੍ਰਮੁੱਖ ਮੰਤਰ ਹੈ? ਵੈਸ਼ਨਵ ਸੰਪਰਦਾਇ ਦਾ। ਅਗਲਾ ਪ੍ਰਸ਼ਨ ਹੈ, ਪਿਰਾਮਿਡਾਕਾਰ ਵਿਮਾਨ ਕਿਸ ਸ਼ੈਲੀ ਦੇ ਮੰਦਰਾਂ ਦਾ ਖਾਸ ਅੰਗ ਹੈ? ਤਾਂ ਉਹ ਹੈ ਜੀ ਦਰਾਵਿੜ ਸ਼ੈਲੀ ਦੇ ਮੰਦਰਾਂ ਦਾ। ਜੋ ਪਿਰਾਮਿਡਾਕਾਰ ਵਿਮਾਨ ਨੇ ਤਾਂ ਇਹ ਜੋ ਦਰਾਵਿੜ ਸ਼ੈਲੀ ਹੈ ਤਾਂ ਇਸ ਦੇ ਮੰਦਰਾਂ ਦਾ ਖਾਸ ਅੰਗ ਹੈ ਜਿਹੜਾ ਮੰਨਿਆ ਜਾਂਦਾ ਹੈ। ਭਾਰਤ ਦੇ ਕਿਸ ਸਮਰਾਟ ਨੇ ਚੀਨ ਦੀ ਸੈਨਾ ਨੂੰ ਹਰਾਇਆ ਸੀਗਾ? ਕਿਹੜਾ ਸਮਰਾਟ ਸੀਗਾ? ਤਾਂ ਉਹ ਸੀਗਾ ਰਾਜਾ ਕਨਿਸ਼ਕ, ਜਿਹਦੇ ਸਮੇਂ ਚੌਥੀ ਬੌਧ ਸੰਗਤੀ ਹੋਈ ਸੀ ਤਾਂ ਇਹੀ ਰਾਜਾ ਕਨਿਸ਼ਕ ਹੈਗਾ। ਤਾਂ ਭਾਰਤ ਦਾ ਸਮਰਾਟ ਸੀਗਾ ਅਤੇ ਇਸ ਨੇ ਜਿਹੜਾ ਚੀਨ ਦੀ ਸੈਨਾ ਨੂੰ ਹਰਾਇਆ ਸੀ। ਅਗਲਾ ਪ੍ਰਸ਼ਨ ਹੈ, ਮਹਾਰਾਣੀ ਵਿਕਟੋਰੀਆ ਨੇ ਭਾਰਤ ਦੀ ਮਹਾਰਾਣੀ ਦੀ ਉਪਾਧੀ ਕਿਸ ਸਾਲ ਧਾਰਨ ਕੀਤੀ ਸੀ? ਤਾਂ ਇਹ ਕੀਤੀ ਸੀ ਜੀ 1877 ਈਸਵੀ ਦੇ ਵਿੱਚ।
ਜੋ ਮਹਾਰਾਣੀ ਵਿਕਟੋਰੀਆ ਸੀ ਤਾਂ ਇਸ ਨੇ ਭਾਰਤ ਦੀ ਮਹਾਰਾਣੀ ਦੀ ਉਪਾਧੀ ਹੈ ਜਿਹੜੀ ਧਾਰਨ ਕੀਤੀ ਸੀ 1877 ਦੇ ਵਿੱਚ। ਸਿਵਲ ਸੇਵਾਵਾਂ ਵਿੱਚ ਪ੍ਰਤੀਯੋਗਤਾ ਪ੍ਰੀਖਿਆ ਦੇ ਮਾਧਿਅਮ ਵਿੱਚ ਭਰਤੀ ਦਾ ਨਿਯਮ ਕਦੋਂ ਬਣਿਆ ਸੀਗਾ? ਤਾਂ ਇਹ ਬਣਿਆ ਸੀਗਾ ਜੀ 1853 ਈਸਵੀ ਦੇ ਵਿੱਚ। ਜੋ ਸਿਵਲ ਸੇਵਾਵਾਂ ਸੀ ਤਾਂ ਇਹਦੇ ਵਿੱਚ ਪ੍ਰਤੀਯੋਗਤਾ ਪ੍ਰੀਖਿਆ ਦੇ ਮਾਧਿਅਮ ਵਿੱਚ ਜੋ ਭਰਤੀ ਦਾ ਨਿਯਮ ਬਣਾਇਆ ਗਿਆ ਸੀ 1853 ਦੇ ਵਿੱਚ। ਅਗਲਾ ਪ੍ਰਸ਼ਨ ਹੈ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਕੌਣ ਗੁਰੂ ਬਣੇ ਸੀਗੇ? ਤਾਂ ਇਹ ਬਣੇ ਗਏ ਸੀ ਗੁਰੂ ਹਰਗੋਬਿੰਦ ਜੀ। ਅਗਲਾ ਪ੍ਰਸ਼ਨ ਹੈ, ਹੋਇਸਲ ਰਾਜ ਕਿਸ ਪ੍ਰਦੇਸ਼ ਦੇ ਵਿੱਚ ਸਥਿਤ ਹੈ? ਤਾਂ ਇਹ ਸਥਿਤ ਹੈ ਜੀ ਕਰਨਾਟਕ ਰਾਜ ਦੇ ਵਿੱਚ। ਕਰਨਾਟਕ ਪ੍ਰਦੇਸ਼ ਦੇ ਵਿੱਚ ਜੋ ਹੋਇਸਲ ਰਾਜ ਹੈ ਇਹ ਸਥਿਤ ਹੈ। ਸਮੁੰਦਰ ਗੁਪਤ ਦੀਆਂ ਉਪਲਬਧੀਆਂ ਦਾ ਵਰਣਨ ਕਿੱਥੇ ਮਿਲਦਾ ਹੈ? ਤਾਂ ਇਹ ਮਿਲਦਾ ਜੀ ਇਲਾਹਾਬਾਦ ਪ੍ਰਸ਼ਸਤੀ ਦੇ ਵਿੱਚ। ਸਮੁੰਦਰ ਗੁਪਤ ਦੀਆਂ ਉਪਲਬਧੀਆਂ ਦਾ ਵਰਣਨ ਹੈ ਜਿਹੜਾ ਉਹ ਮਿਲਦਾ ਹੈ। ਅਗਲਾ ਪ੍ਰਸ਼ਨ ਹੈ, ਵਿਕਰਮਾਦਿੱਤ ਦੀ ਉਪਾਧੀ ਕਿਸ ਨੇ ਗ੍ਰਹਿਣ ਕੀਤੀ ਸੀ? ਤਾਂ ਇਹ ਕੀਤੀ ਸੀ ਜੀ ਚੰਦਰਗੁਪਤ ਦੂਸਰੇ ਨੇ ਜਾਂ ਚੰਦਰਗੁਪਤ ਦੂਜੇ ਨੇ, ਜਾਂ ਕਈ ਵਾਰ ਚੰਦਰਗੁਪਤ ਇਸ ਤਰ੍ਹਾਂ ਵੀ ਪਾ ਦਿੱਤਾ ਜਾਂਦਾ ਹੈ। ਚੰਦਰਗੁਪਤ ਦੂਸਰੇ ਨੇ ਜਿਹੜੀ ਵਿਕਰਮਾਦਿੱਤ ਦੀ ਉਪਾਧੀ ਸੀ ਜਿਹੜੀ ਗ੍ਰਹਿਣ ਕੀਤੀ ਸੀ। ਅਗਲਾ ਪ੍ਰਸ਼ਨ ਹੈ, ਈਸਟ ਇੰਡੀਆ ਕੰਪਨੀ ਦੀ ਸਥਾਪਨਾ ਸਮੇਂ ਭਾਰਤ ਦਾ ਸ਼ਾਸਕ ਕੌਣ ਸੀ? ਸੋ ਇਹ ਕੁਐਸਚਨ ਜ਼ਰੂਰ ਧਿਆਨ ਨਾਲ ਪੜ੍ਹੋ, ਇਹਦੇ ਵਿੱਚ ਦੋ ਕੁਐਸਚਨ ਬਣ ਜਾਂਦੇ ਆ। ਤਾਂ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਸਮੇਂ ਭਾਰਤ ਦਾ ਸ਼ਾਸਕ ਸੀ ਜਿਹੜਾ ਉਹ ਅਕਬਰ ਸੀ, ਅਤੇ ਫੈਕਟਰੀ ਲਾਉਣ ਦੀ ਜਿਹੜੀ ਪਰਮਿਸ਼ਨ ਦਿੱਤੀ ਸੀ ਉਹ ਜਹਾਂਗੀਰ ਨੇ ਦਿੱਤੀ ਸੀ। ਯਾਨੀ ਕਿ ਆਪਾਂ ਕਹਿ ਸਕਦੇ ਹਾਂ ਅੰਗਰੇਜ਼ਾਂ ਨੇ ਜੋ ਮਨਜ਼ੂਰੀ ਮੰਗੀ ਸੀ ਵਪਾਰ ਕਰਨ ਲਈ, ਫੈਕਟਰੀਆਂ ਸਥਾਪਿਤ ਕਰਨ ਦੀ, ਉਹ ਜਹਾਂਗੀਰ ਨੇ ਦਿੱਤੀ ਸੀ। ਅਤੇ ਜਦੋਂ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਸੀ ਤਾਂ ਉਦੋਂ ਭਾਰਤ ਦਾ ਸ਼ਾਸਕ ਸੀ ਜਿਹੜਾ ਅਕਬਰ ਸੀ। ਸੋ ਕੱਲ੍ਹ ਪੰਜਾਬ ਟੈਟ ਦੇ ਐਗਜ਼ਾਮ ਦੇ ਵਿੱਚ ਵੀ ਇੱਕ ਕੁਐਸਚਨ ਪੁੱਛਿਆ ਗਿਆ ਕਿ ਭਾਰਤ ਦਾ ਪਹਿਲਾ ਮੁਗਲ ਸ਼ਾਸਕ ਕੌਣ ਸੀਗਾ, ਜਾਂ ਮੁਗਲ ਇੱਦਾਂ ਦਾ ਕੁਐਸਚਨ ਕੋਈ ਪੁੱਛਿਆ ਗਿਆ ਤਾਂ ਅਕਬਰ ਸੀਗਾ। ਪਹਿਲਾ ਮੁਗਲ ਸ਼ਾਸਕ ਪੁੱਛਿਆ ਗਿਆ ਸੀਗਾ ਕੌਣ ਹੋਇਆ, ਤਾਂ ਅਕਬਰ ਹੋਇਆ ਸੀਗਾ। ਕਿਹੜਾ ਦਿੱਲੀ ਸੁਲਤਾਨ ਅਸ਼ੋਕ ਸਤੰਭ ਨੂੰ ਦਿੱਲੀ ਲਿਆਉਂਦਾ ਸੀ? ਤਾਂ ਉਹ ਸੀਗਾ ਜੀ ਫਿਰੋਜ਼ ਸ਼ਾਹ ਤੁਗਲਕ। ਤਾਂ ਇਹ ਦਿੱਲੀ ਦਾ ਸੁਲਤਾਨ ਸੀ ਜਿਹੜਾ ਅਸ਼ੋਕ ਸਤੰਭ ਨੂੰ ਦਿੱਲੀ ਲਿਆਉਂਦਾ ਸੀਗਾ। ਅਗਲਾ ਪ੍ਰਸ਼ਨ ਹੈ, ਕਿਸ ਦੇ ਸ਼ਾਸਨ ਕਾਲ ਵਿੱਚ ਮਰਾਠਿਆਂ ਦੇ ਰਾਜ ਦਾ ਸਭ ਤੋਂ ਵੱਧ ਪ੍ਰਸਾਰ ਹੋਇਆ ਸੀਗਾ? ਤਾਂ ਇਹ ਹੋਇਆ ਸੀਗਾ ਜੀ ਬਾਲਾ ਜੀ ਬਾਜੀਰਾਵ ਦੇ ਸ਼ਾਸਨ ਕਾਲ ਦੇ ਵਿੱਚ। ਮਰਾਠਿਆਂ ਦੇ ਰਾਜ ਦਾ ਸਭ ਤੋਂ ਵੱਧ ਪ੍ਰਸਾਰ ਸੀ ਜਿਹੜਾ ਹੋਇਆ ਸੀਗਾ। ਅਵਧ ਦਾ ਅੰਤਿਮ ਨਵਾਬ ਕੌਣ ਸੀਗਾ? ਤਾਂ ਇਹ ਸੀਗਾ ਜੀ ਵਾਜਿਦ ਅਲੀ ਸ਼ਾਹ, ਜੋ ਅਵਧ ਦਾ ਨਵਾਬ ਸੀਗਾ। ਪੁਨਰ ਜਨਮ ਦੇ ਸਿਧਾਂਤ ਦਾ ਪਹਿਲਾ ਸਪਸ਼ਟ ਆਲੇਖ ਕਿਸ ਗ੍ਰੰਥ ਤੋਂ ਪ੍ਰਾਪਤ ਹੁੰਦਾ ਹੈ? ਤਾਂ ਇਹ ਹੁੰਦਾ ਜੀ ਵਰਦ ਆਰੀਅਨਿਕ ਉਪਨਿਸ਼ਦ ਤੋਂ, ਜਾਂ ਇਸ ਦੇ ਵਿੱਚੋਂ ਹੈ ਜਿਹੜਾ ਪੁਨਰ ਜਨਮ ਦੇ ਸਿਧਾਂਤ ਦਾ ਪਹਿਲਾ ਸਪਸ਼ਟ ਆਲੇਖ ਹੈ ਜਿਹੜਾ ਪ੍ਰਾਪਤ ਹੁੰਦਾ ਹੈ। ਸੋ ਜਿਹੜਾ ਵਰਦ ਆਰੀਅਨਿਕ ਉਪਨਿਸ਼ਦ ਹੈ ਇਹ ਇੱਕ ਗ੍ਰੰਥ ਹੈ। ਇਹ ਆਪਸ਼ਨ ਵੀ ਤੁਹਾਨੂੰ ਪੁੱਟ ਕੀਤੀ ਜਾ ਸਕਦੀ ਹੈ। ਆਨਸਰ ਦਾ ਕੁਐਸਚਨ ਬਣਾਇਆ ਜਾ ਸਕਦਾ ਹੈ ਕਿ ਜੋ ਵਰਦ ਆਰੀਅਨਿਕ ਉਪਨਿਸ਼ਦ ਹੈ ਤਾਂ ਇਹ ਕੀ ਹੈ, ਗ੍ਰੰਥ ਹੈ। ਇਹਦੇ ਨਾਲ ਤਿੰਨ ਆਪਸ਼ਨ ਹੋਰ ਬਣਾਉਣਗੇ, ਦੱਸੋ ਇਹ ਕੀ ਹੈ। ਤਾਂ ਇਸ ਤਰ੍ਹਾਂ ਹੀ ਪੁੱਛਿਆ ਜਾ ਸਕਦਾ, ਤਾਂ ਇਹ ਇੱਕ ਗ੍ਰੰਥ ਹੈ ਜਿਹਦੇ ਵਿੱਚ ਪੁਨਰ ਜਨਮ ਦੇ ਸਿਧਾਂਤ ਦਾ ਪਹਿਲਾ ਸਪਸ਼ਟ ਆਲੇਖ ਹੈ ਜਿਹੜਾ ਪ੍ਰਾਪਤ ਹੁੰਦਾ ਹੈ। ਸੰਗਮ ਯੁੱਗ ਵਿੱਚ ਯੁੱਧ ਦਾ ਪ੍ਰਮੁੱਖ ਕਾਰਨ ਕੀ ਸੀ? ਪਹਿਲਾ ਹੀ ਕੁਐਸਚਨ ਆਇਆ ਸੀ ਇਹ, ਤਾਂ ਪਸ਼ੂਆਂ ਦੀ ਚੋਰੀ। ਤਾਂ ਇਸ ਕਰਕੇ ਜਿਹੜੀਆਂ ਲੜਾਈਆਂ ਯੁੱਧ ਹੁੰਦੇ ਸੀਗੇ, ਪਸ਼ੂਆਂ ਦੀ ਚੋਰੀ ਜਿਹੜੀ ਬਹੁਤ ਜ਼ਿਆਦਾ ਹੁੰਦੀ ਸੀ ਸੰਗਮ ਯੁੱਗ ਦੇ ਵਿੱਚ। ਅਗਲਾ ਪ੍ਰਸ਼ਨ ਹੈ, ਕਿਰਤ ਕਲਪਤਰੂ ਦੇ ਲੇਖਕ ਲਖਮੀਧਰ ਭੱਟ ਕਿਸ ਰਾਜਾ ਦੇ ਮੰਤਰੀ ਸਨ? ਤਾਂ ਇਹ ਸੀਗੇ ਜੀ ਗੋਬਿੰਦ ਚੰਦਰ ਗਹਿਰਵਾੜ ਦੇ। ਸੋ ਇਹਦੇ ਵਿੱਚ ਵੀ ਦੋ ਕੁਐਸਚਨ ਬਣਦੇ ਹੈ। ਕਿਰਤ ਕਲਪਤਰੂ ਦੇ ਲੇਖਕ ਕੌਣ ਨੇ? ਲਖਮੀਧਰ ਭੱਟ। ਅਤੇ ਜੋ ਲਖਮੀਧਰ ਭੱਟ ਨੇ ਇਹ ਕਿਹੜੇ ਰਾਜਾ ਦੇ ਮੰਤਰੀ ਸੀ? ਤਾਂ ਗੋਬਿੰਦ ਚੰਦਰ ਗਹਿਰਵਾੜ ਦੇ। ਸੋ ਇਹਦੇ ਵਿੱਚ ਦੋ ਕੁਐਸਚਨ ਬਣਦੇ ਆ। ਸੁਤੰਤਰਤਾ ਤੋਂ ਬਾਅਦ ਹੜੱਪਾ ਸੱਭਿਅਤਾ ਦੇ ਸਰਵਾਧਿਕ ਸਥਲ ਕਿਸ ਰਾਜ ਦੇ ਵਿੱਚ ਖੋਦੇ ਗਏ ਸੀ? ਤਾਂ ਇਹ ਖੋਜੇ ਗਏ ਸੀਗੇ ਜੀ ਗੁਜਰਾਤ ਦੇ ਵਿੱਚ। ਸੁਤੰਤਰਤਾ ਤੋਂ ਬਾਅਦ ਜੋ ਹੜੱਪਾ ਸੱਭਿਅਤਾ ਸੀ ਸਰਵਾਧਿਕ ਯਾਨੀ ਕਿ ਸਭ ਤੋਂ ਜ਼ਿਆਦਾ ਸਥਲ ਹੈ ਜਿਹੜੇ ਕਿਹੜੇ ਰਾਜ ਦੇ ਵਿੱਚ ਖੋਜੇ ਗਏ ਸੀ? ਇਹ ਗੁਜਰਾਤ ਦੇ ਵਿੱਚ ਖੋਜੇ ਗਏ ਸੀ।
ਪ੍ਰਸਿੱਧ ਗੁਲਾਮ ਤੁਰਕ ਅਮੀਰਾਂ ਦੇ ਸੰਘ ਚਾਲੀਸਾ ਦੀ ਸਥਾਪਨਾ ਕਿਸ ਨੇ ਕੀਤੀ ਸੀ? ਤਾਂ ਇਹ ਕੀਤੀ ਸੀ ਜੀ ਇਲਤੁਤਮਿਸ ਨੇ। ਜਿਸਨੇ ਜੋ ਅਮੀਰਾਂ ਦਾ ਸੰਘ ਸੀ ਚਾਲੀਸਾ, ਇਹਦੀ ਸਥਾਪਨਾ ਕੀਤੀ ਸੀ। ਇਹਦਾ ਅੰਤ ਸੀ ਜਿਹੜਾ ਕਿਸ ਨੇ ਕੀਤਾ ਸੀ? ਤਾਂ ਇਹ ਬਲਬਨ ਨੇ ਕੀਤਾ ਸੀਗਾ। ਚਾਲੀਸਾ ਦਾ ਅੰਤ, 40 ਅਮੀਰਾਂ ਦੇ ਸੰਘ ਦਾ ਅੰਤ ਬਲਬਨ ਨੇ ਕੀਤਾ ਸੀ ਅਤੇ ਇਹਦੀ ਸਥਾਪਨਾ ਇਲਤੁਤਮਿਸ ਨੇ ਕੀਤੀ ਸੀ। ਅਗਲਾ ਪ੍ਰਸ਼ਨ ਹੈ, ਅਲੋਰਾ ਦੇ ਪ੍ਰਸਿੱਧ ਕੈਲਾਸ਼ ਮੰਦਰ ਦਾ ਨਿਰਮਾਣ ਕਿਸ ਰਾਸ਼ਟਰਕੂਟ ਸ਼ਾਸਕ ਨੇ ਕਰਵਾਇਆ ਸੀ? ਤਾਂ ਇਹ ਕਰਵਾਇਆ ਸੀਗਾ ਜੀ ਕ੍ਰਿਸ਼ਨ ਪਹਿਲੇ ਨੇ। ਜੋ ਅਲੋਰਾ ਦੇ ਪ੍ਰਸਿੱਧ ਕੈਲਾਸ਼ ਮੰਦਰ ਨੇ ਤਾਂ ਇਹਨਾਂ ਦਾ ਨਿਰਮਾਣ ਕ੍ਰਿਸ਼ਨ ਪਹਿਲੇ ਦੁਆਰਾ ਕਰਵਾਇਆ ਗਿਆ ਸੀ, ਜਿਹੜਾ ਇੱਕ ਰਾਸ਼ਟਰਕੂਟ ਸ਼ਾਸਕ ਸੀਗਾ। ਸੋ ਇਹ ਵੀ ਪੁੱਛ ਲੈਂਦੇ ਕ੍ਰਿਸ਼ਨ ਪਹਿਲਾ ਕੌਣ ਸੀ? ਤਾਂ ਇਹ ਰਾਸ਼ਟਰਕੂਟ ਸ਼ਾਸਕ ਸੀਗਾ। ਮੌਰੀਆ ਕਾਲ ਵਿੱਚ ਮਾਰਗ ਕਰ ਵਸੂਲਣ ਵਾਲੇ ਅਧਿਕਾਰੀ ਨੂੰ ਕੀ ਕਹਿੰਦੇ ਸਨ? ਤਾਂ ਇਹ ਕਹਿੰਦੇ ਨੇ ਜੀ ਸ਼ੁਲਕ ਅਧਿਅਕਸ਼। ਜੋ ਮੌਰੀਆ ਕਾਲ ਦੇ ਵਿੱਚ ਮਾਰਗ ਕਰ ਵਸੂਲਦਾ ਸੀਗਾ ਅਤੇ ਜੋ ਇਹ ਅਧਿਕਾਰੀ ਹੁੰਦਾ ਸੀ ਤਾਂ ਉਸ ਨੂੰ ਜਿਹੜਾ ਸ਼ੁਲਕ ਅਧਿਅਕਸ਼ ਕਿਹਾ ਜਾਂਦਾ ਸੀ। ਸੋ ਮੌਰੀਆ ਕਾਲ ਦੇ ਵਿੱਚ ਪੁੱਛਿਆ ਗਿਆ, ਇਹ ਜ਼ਰੂਰ ਧਿਆਨ ਰੱਖਿਓ। ਮੋਹਨਜੋਦੜੋ ਦੀ ਖੁਦਾਈ ਕਿਸ ਨਦੀ ਦੇ ਤੱਟ 'ਤੇ ਬਣੀ ਹੋਈ ਸੀ? ਤਾਂ ਇਹ ਬਣੀ ਹੋਈ ਸੀ ਜੀ ਸਿੰਧੂ ਨਦੀ ਦੇ ਤੱਟ 'ਤੇ। ਜੋ ਮੋਹਨਜੋਦੜੋ ਹੋਈ ਹੈ ਤਾਂ ਇਹਦੀ ਖੁਦਾਈ ਸੀ ਜਿਹੜੀ ਇਸ ਨਦੀ ਦੇ ਤੱਟ 'ਤੇ ਬਣੀ ਹੋਈ ਸੀ। ਅਗਲਾ ਪ੍ਰਸ਼ਨ ਹੈ, ਕਿਸ ਰਾਜਾ ਦੀ ਸ਼ਾਸਨ ਕਾਲ ਵਿੱਚ ਅਸ਼ਟ ਪ੍ਰਧਾਨ ਮੰਤਰੀ ਪਰਿਸ਼ਦ ਹੋਇਆ ਕਰਦੀ ਸੀ? ਤਾਂ ਇਹ ਹੋਇਆ ਕਰਦੀ ਸੀ ਜੀ ਸ਼ਿਵਾਜੀ। ਸ਼ਿਵਾਜੀ ਜੋ ਪੇਸ਼ਵਾ ਵੰਸ਼ ਦੇ ਵਿੱਚ ਸੀਗੇ ਤਾਂ ਸ਼ਿਵਾਜੀ ਦੇ ਰਾਜ ਦੇ ਸ਼ਾਸਨ ਕਾਲ ਦੇ ਵਿੱਚ ਜਿਹੜੀ ਅਸ਼ਟ ਪ੍ਰਧਾਨ ਮੰਤਰੀ ਪਰਿਸ਼ਦ ਹੈ ਜਿਹੜੀ ਹੋਇਆ ਕਰਦੀ ਸੀ। ਮੁਗਲ ਕਾਲ ਪ੍ਰਸਿੱਧ ਚਿੱਤਰ ਸਾਈਬੇਰੀਆਈ ਸਾਰਸ ਦਾ ਚਿੱਤਰਣ ਕਿਸ ਨੇ ਕੀਤਾ ਸੀ? ਤਾਂ ਇਹ ਕੀਤਾ ਸੀਗਾ ਜੀ ਮੰਸੂਰ ਨੇ। ਸੋ ਇਹਦੇ ਵਿੱਚ ਵੀ 2 ਕੁਐਸਚਨ ਬਣ ਗਏ। ਅਗਰ ਤੁਹਾਨੂੰ ਪੁੱਛ ਲਿਆ ਜਾਵੇ ਸਾਈਬੇਰੀਆ ਕੀ ਨੇਗੇ ਜਾਂ ਸਵੇਰੀਆ ਸਾਰਸ ਕੀ ਹੈ, ਤਾਂ ਮੁਗਲ ਕਾਲ ਇਹ ਪ੍ਰਸਿੱਧ ਚਿੱਤਰ ਨੇਗੇ ਅਤੇ ਇਹਨਾਂ ਦਾ ਚਿੱਤਰਣ ਕਿਸ ਨੇ ਕੀਤਾ ਸੀ? ਤਾਂ ਮੰਸੂਰ ਨੇ। ਅਗਲਾ ਪ੍ਰਸ਼ਨ ਹੈ, ਜ਼ਾਲਮ ਹਮਾਯੂ ਦੇ ਨਾਲ ਨਾਲ ਪ੍ਰਸਿੱਧ ਸ਼ਾਸਕ ਕਿਸ ਦੇਸ਼ ਦਾ ਸੀਗਾ? ਤਾਂ ਉਹ ਸੀਗਾ ਜੀ ਬਾਹਮਣੀ ਵੰਸ਼ ਦਾ। ਸੋ ਇਹਦੇ ਵਿੱਚ ਦੇਸ਼ ਪਾਇਆ ਗਿਆ ਤਾਂ ਇਹਦੇ ਵਿੱਚ ਆਨਸਰ ਦੇ ਵਿੱਚ ਬਾਹਮਣੀ ਵੰਸ਼ ਦੱਸਿਆ ਗਿਆ। ਸੋ ਵੰਸ਼ ਹੀ ਜ਼ਿਆਦਾ ਪੁੱਛਿਆ ਜਾਏਗਾ, ਇਹ ਕੁਐਸਚਨ ਬਣਦਾ ਹੈ ਪ੍ਰਸਿੱਧ ਸ਼ਾਸਕ ਜਿਹੜਾ ਕਿਹੜੇ ਵੰਸ਼ ਦਾ ਸੀਗਾ? ਤਾਂ ਉਹ ਬਾਹਮਣੀ ਵੰਸ਼ ਦਾ ਸੀ, ਜੋ ਜ਼ਾਲਿਮ ਹਮਾਯੂ ਦੇ ਨਾਮ ਦੇ ਨਾਲ ਪ੍ਰਸਿੱਧ ਹੋਇਆ ਸੀ। ਯਾਨੀ ਕਿ ਹਮਾਯੂ ਦੀ ਤਰ੍ਹਾਂ ਉਹ ਵੀ ਜਿਹੜਾ ਬਹੁਤ ਜ਼ਾਲਿਮ ਸੀਗਾ, ਇਸ ਕਰਕੇ ਉਹਦੀ ਹਮਾਯੂ ਨਾਲ ਤੁਲਨਾ ਕੀਤੀ ਜਾਂਦੀ ਸੀ। ਰਾਜਾ ਦੀ ਉਤਪਤੀ ਦੇ ਵਿਸ਼ੇ ਦੇ ਵਿੱਚ ਪਹਿਲਾ ਸ਼ਖਸ ਹੈ ਜਿਹੜਾ ਕਿਸ ਗ੍ਰੰਥ ਦੇ ਵਿੱਚ ਮਿਲਦਾ ਹੈ? ਤਾਂ ਇਹ ਮਿਲਦਾ ਹੈ ਜੀ ਇਤਰੇਆ ਬ੍ਰਾਹਮਣ ਦੇ ਵਿੱਚ। ਜੋ ਰਾਜਾਂ ਦੀ ਉਤਪਤੀ ਦੇ ਵਿਸ਼ੇ ਦੇ ਵਿੱਚ ਪਹਿਲਾ ਸ਼ਖਸ ਹੈ ਜਿਹੜਾ ਉਹ ਇਤਰੇਆ ਬ੍ਰਾਹਮਣ ਗ੍ਰੰਥ ਦੇ ਵਿੱਚ ਮਿਲਦਾ ਹੈ। ਸੋ ਇਤਰੇਆ ਬ੍ਰਾਹਮਣ ਜਿਹੜਾ ਇੱਕ ਗ੍ਰੰਥ ਹੈ। ਅਗਲਾ ਪ੍ਰਸ਼ਨ ਹੈ, ਵਿਸ਼ੁੱਧ ਮਾਰਗ ਦੀ ਰਚਨਾ ਜਿਹੜੀ ਕਿਸ ਨੇ ਕੀਤੀ ਸੀ? ਤਾਂ ਇਹ ਕੀਤੀ ਸੀ ਜੀ ਬੁੱਧਘੋਸ਼ ਨੇ। ਵਿਸ਼ੁੱਧ ਮਾਰਗ ਦੀ ਰਚਨਾ ਕੀਤੀ ਸੀ। ਸੰਸਕ੍ਰਿਤ ਦੇ ਨਾਟਕਾਂ ਵਿੱਚ ਪਟਾਪੇਖ ਲਈ ਜਵਨਿਕਾ ਸ਼ਬਦ ਪ੍ਰਯੋਗ ਕੀਤਾ ਜਾਂਦਾ ਹੈ। ਇਹ ਕਿਹੜਾ ਸ਼ਬਦ ਹੈ? ਤਾਂ ਇਹ ਹੈ ਜੀ ਯੂਨਾਨੀ ਭਾਸ਼ਾ ਦਾ। ਤਾਂ ਇੱਥੇ ਕਿਹੜੀ ਭਾਸ਼ਾ ਦਾ ਸ਼ਬਦ ਹੈ? ਜਵਨਿਕਾ। ਤਾਂ ਇਹ ਹੈ ਜੀ ਯੂਨਾਨੀ ਭਾਸ਼ਾ ਦਾ ਸ਼ਬਦ। ਈਸਾ ਦਾ ਪ੍ਰਾਰੰਭਿਕ ਸ਼ਤਾਬਦੀਆਂ ਦੇ ਵਿੱਚ ਸੋਮੇ ਨੂੰ ਕੀ ਕਿਹਾ ਜਾਂਦਾ ਸੀ? ਤਾਂ ਇਹ ਕਿਹਾ ਜਾਂਦਾ ਸੀ ਲੇਲਨ ਦੇ ਕੱਪੜੇ। ਜੋ ਈਸਾ ਦੀ ਪ੍ਰਾਰੰਭਿਕ ਸ਼ਤਾਬਦੀਆਂ ਦੇ ਵਿੱਚ ਸੋਮੇ ਹੁੰਦੇ ਸੀ ਜਾਂ ਸੋਮਿਆਂ ਨੂੰ ਕੀ ਕਿਹਾ ਜਾਂਦਾ ਸੀਗਾ? ਤਾਂ ਲੇਲਨ ਦੇ ਕੱਪੜੇ। ਅਗਲਾ ਪ੍ਰਸ਼ਨ ਹੈ, ਬਲਬਨ ਨੇ ਦੀਵਾਨੇ-ਏ-ਅਹਿਜ ਦੀ ਸਥਾਪਨਾ ਕੀਤੀ ਸੀਗੀ। ਇਹ ਕੀ ਸੀ? ਤਾਂ ਇਹ ਸੀਗਾ ਸੈਨਾ ਵਿਭਾਗ। ਦੀਵਾਨ-ਏ-ਅਹਿਜ ਨੂੰ ਜਿਹੜਾ ਸੈਨਾ ਵਿਭਾਗ ਕਿਹਾ ਜਾਂਦਾ ਹੈ ਅਤੇ ਇਸ ਨੂੰ ਦੀਵਾਨ-ਏ-ਅਹਿਜ ਦਾ ਨਾਮ ਦਿੱਤਾ ਗਿਆ ਸੀ ਅਤੇ ਬਲਬਨ ਨੇ ਇਸ ਦੀ ਸਥਾਪਨਾ ਕੀਤੀ ਸੀ। ਤੁਹਾਨੂੰ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛਿਆ ਜਾਏਗਾ ਕਿ ਦੀਵਾਨੇ-ਏ-ਅਹਿਜ ਕੀ ਹੈ? ਤਾਂ ਸੈਨਾ ਵਿਭਾਗ ਹੈ।
ਸੁਲਤਾਨ ਅਲਾਉਦੀਨ ਨੇ ਦੱਖਣ ਭਾਰਤ ਵਿੱਚ 1947 ਵਿੱਚ ਕਿਸ ਰਾਜ ਦੀ ਸਥਾਪਨਾ ਕੀਤੀ ਸੀ ਜਿਸ ਦੀ ਰਾਜਧਾਨੀ ਗੁਲਬਰਗ ਸੀ? ਤਾਂ ਇਹ ਕੀਤੀ ਸੀ ਜੀ ਬਾਹਮਣੀ ਰਾਜ ਦੀ ਸਥਾਪਨਾ। ਸੁਲਤਾਨ ਅਲਾਉਦੀਨ ਨੇ ਦੱਖਣ ਭਾਰਤ ਦੇ ਵਿੱਚ ਕੀਤੀ ਸੀ 1947 ਦੇ ਵਿੱਚ, ਬਾਹਮਣੀ ਰਾਜ ਦੀ ਸਥਾਪਨਾ ਕੀਤੀ ਸੀ ਅਤੇ ਇਹਦੀ ਰਾਜਧਾਨੀ ਜਿਹੜੀ ਗੁਲਬਰਗ ਸੀ। ਸੋ 2-3 ਕੁਐਸਚਨ ਇਹਦੇ ਵਿੱਚ ਬਣਦੇ ਆ। ਬੰਗਾਲ ਦੇ ਕਿਸ ਨਵਾਬ ਨੇ 1756 ਵਿੱਚ ਹਮਲਾ ਕਰਕੇ ਕਲਕੱਤਾ 'ਤੇ ਕਬਜ਼ਾ ਕਰ ਲਿਆ ਸੀ? ਤਾਂ ਉਹ ਬੰਗਾਲ ਦਾ ਨਵਾਬ ਸੀਗਾ ਜੀ ਨਵਾਬ ਸਿਰਾਜੂਦੋਲਾ, ਜਿਸ ਨੇ ਜਿਹੜਾ 1756 ਵਿੱਚ ਹਮਲਾ ਕਰਕੇ ਕਲਕੱਤੇ 'ਤੇ ਕਬਜ਼ਾ ਕਰ ਲਿਆ ਸੀ। ਅਗਲਾ ਪ੍ਰਸ਼ਨ ਹੈ ਹਮਾਯੂ ਦਾ ਮਕਬਰਾ ਕਿੱਥੇ ਸਥਿਤ ਹੈ? ਤਾਂ ਇਹ ਹੈ ਜੀ ਦਿੱਲੀ ਦੇ ਵਿੱਚ। ਈਰਾਨੀ ਭਾਸ਼ਾ ਦੇ ਕਿਸ ਗ੍ਰੰਥ ਦੀ ਤੁਲਨਾ ਭਾਰਤੀ ਗ੍ਰੰਥ ਰਿਗਵੇਦ ਨਾਲ ਕੀਤੀ ਜਾਂਦੀ ਹੈ? ਤਾਂ ਉਹ ਹੈ ਜੀ ਅਵੇਸਤਾ ਗ੍ਰੰਥ ਦੀ ਤੁਲਨਾ। ਅਵੇਸਤਾ ਜਿਹੜਾ ਈਰਾਨੀ ਭਾਸ਼ਾ ਦਾ ਗ੍ਰੰਥ ਹੈ, ਇਹਦੀ ਤੁਲਨਾ ਜਿਹੜੀ ਆਪਣੇ ਭਾਰਤੀ ਗ੍ਰੰਥ ਹੈ ਰਿਗਵੇਦ, ਇਸ ਨਾਲ ਕੀਤੀ ਜਾਂਦੀ ਹੈ। ਬੁੱਧ ਧਰਮ ਦੇ 3 ਰਤਨ ਜਾਂ ਤਿਰਰਤਨ ਕਿਹੜੇ ਸਨ? ਤਾਂ ਇਹ ਸੀਗੇ ਜੀ ਬੁੱਧ, ਸੰਘ ਅਤੇ ਧੰਮ, ਜੋ ਬੁੱਧ ਧਰਮ ਦੇ 3 ਰਤਨ ਸੀਗੇ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਨੇ। ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਬਾਕੀ ਅੱਜ ਨੋਟੀਫਿਕੇਸ਼ਨ ਕਹਿ ਰਹੇ ਨੇ 25 ਤਰੀਕ ਹੈ ਕਿ ਆਫੀਸ਼ੀਅਲ ਨੋਟੀਫਿਕੇਸ਼ਨ ਅੱਜ ਜਿਹੜਾ ਅਪਡੇਟ ਸਾਈਟ ਤੇ ਕਰ ਦਿੱਤਾ ਜਾਵੇਗਾ। ਬਾਕੀ ਜਦੋਂ ਵੀ ਨੋਟੀਫਿਕੇਸ਼ਨ ਆਇਆ, ਜੋ ਵੀ ਵੈਕੈਂਸੀਆਂ ਦੀ ਵੰਡ ਹੋਏਗੀ, ਕਿਹੜੀ ਕਾਸਟ ਨੂੰ ਕਿੰਨੀਆਂ ਵੈਕੈਂਸੀਆਂ ਆਉਂਦੀਆਂ ਨੇ, ਕਿੰਨੀ ਫੀਸ ਹੈ, ਕੀ ਕੁਝ ਇਸ ਵਾਰ ਨਵਾਂ ਐਡ ਕੀਤਾ ਗਿਆ ਹੈ, ਏਜ ਰਿਲੈਕਸੇਸ਼ਨ ਮਿਲੇਗੀ ਜਾਂ ਨਹੀਂ, ਸਾਰੀ ਜਾਣਕਾਰੀ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੀ। ਸੋ ਚੈਨਲ ਨਾਲ ਜੁੜੇ ਰਹੋ। ਧੰਨਵਾਦ ਜੀ।